मैं कली कली गल कहूंगा स्टैप बाई स्टैप। गुरु नानक साहब महाराज तो लैके हुण तक किन्नियां लहरां उठियां ते किन्ने एजीटेशन होए। मैं स्टैप बाई स्टैप गल करनी आ। ਅਸੀਂ ਅੱਜ ਪੀੜੀਆਂ ਅਸੀਂ ਉਹਨਾਂ ਨੂੰ ਯਾਦ ਨਹੀਂ ਰੱਖਦੀਆਂ। ਜੇ ਅੱਜ ਗਵਰਨਮੈਂਟਾਂ ਕਹਿੰਦੀਆਂ ਕਿ ਇਹ ਅੱਤਵਾਦੀ ਨੇ ਜਾਂ ਵੱਖਵਾਦੀ ਨੇ, ਆਪਾਂ ਉਹਨਾਂ ਤੇ ਕੁਝ ਵਿਚਾਰ ਕਰਨੀ ਆ ਕਿ ਭਾਰਤ ਨੂੰ ਇਹਨਾਂ ਸਿੱਖਾਂ ਨੇ ਜਾਂ ਜਿਹਨੂੰ ਅੱਤਵਾਦੀ ਕਹਿੰਦੇ ਆ ਇਹਦੀ ਦੇਣ ਕੀ ਆ। ਮੈਂ ਕੱਲੀ ਕੱਲੀ ਗੱਲ ਕਹੂੰਗਾ ਸਟੈਪ ਬਾਈ ਸਟੈਪ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਲਹਿਰਾਂ ਉੱਠੀਆਂ ਤੇ ਕਿੰਨੇ ਐਜੀਟੇਸ਼ਨ ਹੋਏ। ਮੈਂ ਸਟੈਪ ਬਾਈ ਸਟੈਪ ਗੱਲ ਕਰਨੀ ਆ ਤੇ ਵੀਰੋ ਜੇ 2-3 ਮਿੰਟ ਵੱਧ ਲੱਗ ਗਿਆ ਮੇਰੀ ਗੱਲ ਪੂਰੀ ਹੋਣ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 18 ਜੰਗਾਂ ਲੜੀਆਂ ਗਈਆਂ ਮੁਗਲਾਂ ਦੇ ਖਿਲਾਫ। 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 4 ਹਰਗੋਬਿੰਦ ਮਹਾਰਾਜ ਤੇ ਅਸੀਂ ਇਹ ਸਾਰੀਆਂ ਜਿੱਤੀਆਂ। ਉਹਨਾਂ ਦੇ ਮਨਸੂਬੇ ਫੇਲ ਕੀਤੇ ਆ। 18 ਦੀਆਂ 18 ਜੰਗਾਂ ਅਸੀਂ ਜਿੱਤੀਆਂ, ਇਤਿਹਾਸ ਪੜ੍ਹ ਲਿਓ। ਉਦੋਂ ਬਾਅਦ ਦੇ ਵਿੱਚ ਕਮਾਂਡ ਆਈ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ, ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਕਬਜ਼ੇ ਲੈ ਕੇ ਦਿੱਤੇ ਆ ਤੇ ਸਰਹੰਦ ਦੀ ਇੱਟ ਨਾ ਇੱਟ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਉਹਨਾਂ ਤੋਂ ਬਾਅਦ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਜੀ ਨੇ ਸਾਨੂੰ ਅਗਵਾਈ ਕੀਤੀ ਸਾਡੀ ਕੌਮ ਦੀ। ਤੇ ਉਦੋਂ ਬਾਅਦ ਦੌਰ ਚੱਲਿਆ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਬਘੇਲ ਸਿੰਘ ਤੇ ਅਕਾਲੀ ਫੂਲਾ ਸਿੰਘ ਦਾ। ਇਹਨਾਂ ਦੇ ਸਮੇਂ ਦੇ ਵਿੱਚ ਨਾਦਰ ਸ਼ਾਹ ਦੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਰਹੇ ਪੰਜਾਬ ਦੀ ਧਰਤੀ ਤੇ। ਇਹਨਾਂ ਦੇ ਸਮੇਂ ਹੀ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਸਿੱਖ ਕੌਮ ਨੇ ਹੰਢਾਇਆ ਆਪਣੇ ਪਿੰਡੇ ਤੇ। ਦਿੱਲੀ ਦੀਆਂ ਜਿੰਨੀਆਂ ਧੀਆਂ ਭੈਣਾਂ ਨੂੰ ਮੁਗਲ ਚੱਕ ਕੇ ਲਿਆਂਦੇ ਸੀ, ਉਹ ਗਰੇਲਾ ਯੁੱਧ ਕਰਕੇ ਉਹੀ ਅੱਤਵਾਦੀ ਜਿਨ੍ਹਾਂ ਨੂੰ ਅੱਜ ਕਹਿੰਦੇ ਆ ਘਰ ਘਰ ਛੱਡ ਕੇ ਆਉਂਦੇ ਸੀ ਬਚਾ ਕੇ। ਲਾਹੌਰ ਤੱਕ ਜਾਂਦਿਆਂ ਜਾਂਦਿਆਂ ਸਾਰੀਆਂ ਧੀਆਂ ਭੈਣਾਂ ਛਡਾ ਲੈਂਦੇ ਸੀ। ਜੱਸਾ ਸਿੰਘ ਆਹਲੂਵਾਲੀਆਂ ਦਾ ਇਤਿਹਾਸ ਪੜ੍ਹਿਓ ਕਿਤੇ। ਫਿਰ ਉਦੋਂ ਬਾਅਦ 12 ਮਿਸਲਾਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ। 12 ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ, ਰਹਿੰਦੀ ਦੁਨੀਆ ਤੱਕ ਉਹਦਾ ਰਾਜ ਚੇਤੇ ਕੀਤਾ ਜਾਊਗਾ। ਹਰੀ ਸਿੰਘ ਨਲੂਆ ਜੀ ਵਰਗੇ ਵੱਡੇ ਯੋਧੇ ਉਹਨਾਂ ਦੇ ਨਾਲ ਹੁੰਦੇ ਸੀ। ਡੋਗਰਿਆਂ ਨੇ ਸਾਰਾ ਜੋ ਤੈਸ਼ ਨੈਸ਼ ਕਰ ਦਿੱਤਾ, ਲੰਬਾ ਚੌੜਾ ਇਤਿਹਾਸ ਆ। ਉਦੋਂ ਬਾਅਦ ਉਹਨਾਂ ਦੇ ਉੱਤਰ ਅਧਿਕਾਰੀ ਖੜਕ ਸਿੰਘ, ਕੰਵਰ ਨਿਹਾਲ ਸਿੰਘ ਤੇ ਸ਼ੇਰ ਸਿੰਘ ਨੇ ਕਮਾਂਡ ਸੰਭੀ। ਬੜੇ ਧਿਆਨ ਨਾਲ ਸੁਣਿਓ। ਡੋਗਰਿਆਂ ਨੇ ਉਹਨਾਂ ਨੂੰ ਵੀ ਧੋਖੇ ਨਾਲ ਮਰਾ ਦਿੱਤਾ। ਫਿਰ ਉਹੀ ਕਮਾਂਡ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੇ ਸੰਭੀ ਸਿੱਖ ਕੌਮ ਦੀ। ਡੋਗਰਿਆਂ ਨੇ ਉਹਨਾਂ ਨੂੰ ਵੀ ਸ਼ਹੀਦ ਕਰਵਾਇਆ। ਫਿਰ ਉਹੀ ਕਮਾਂਡ ਸ਼ਾਮ ਸਿੰਘ ਅਟਾਰੀ ਵਾਲੇ ਕੋਲ ਆ ਗਈ, ਜੋ ਸਭਰਾਵਾ ਦੀ ਜੰਗ ਦੇ ਵਿੱਚ ਬ੍ਰਿਟਿਸ਼ ਕੌਮ ਨਾਲ ਲੜਦੇ ਸ਼ਹੀਦ ਹੋਏ। ਤੇ ਉੱਥੋਂ ਹੀ ਸਾਰੇ ਪੰਜਾਬ ਦੇ ਉੱਤੇ ਗੋਰਿਆਂ ਨੇ ਰਾਜ ਕਰ ਲਿਆ। ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਸ਼ਹੀਦ ਹੋਏ ਤੇ ਗੋਰਿਆਂ ਦਾ ਰਾਜ ਆ ਗਿਆ ਸ਼ੁਰੂ। ਹੁਣ ਉਹੀ ਸਿੱਖ ਕੌਮ ਨੂੰ ਗੋਰਿਆਂ ਨਾਲ ਮੱਥਾ ਲਾਉਣਾ ਪਿਆ। ਤੇ ਪਹਿਲਾ ਬੀੜਾ ਚੱਕਿਆ ਭਾਈ ਮਹਾਰਾਜ ਸਿੰਘ ਨੇ, ਜਿਹੜੇ ਗੋਰਿਆਂ ਦੀਆਂ ਛਾਉਣੀਆਂ ਤੇ ਹਮਲੇ ਕੀਤੇ। ਸਭ ਤੋਂ ਪਹਿਲਾਂ ਯੁੱਧ ਸ਼ੁਰੂ ਕੀਤਾ ਸੀ ਭਾਈ ਮਹਾਰਾਜ ਸਿੰਘ। ਯਾਦ ਰੱਖਿਓ ਇਹ ਗੱਲਾਂ, ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਧੱਕ ਦਿੱਤਾ ਗੋਰੀ ਸਰਕਾਰ ਨੇ। ਤੇ ਉਦੋਂ ਬਾਅਦ ਜਿਹੜੀ ਲਹਿਰ ਉੱਠੀ ਉਹ ਨਿਰੰਕਾਰੀ ਲਹਿਰ ਉੱਠੀ ਸੀ। ਦਿਆਲ ਸਿੰਘ ਪੋਠੋ ਵਾਲੇ ਬਾਬਾ ਜੀ ਨੇ, ਚਲੋ ਜਿਸ ਸਮੇਂ ਦੇ ਮੁਤਾਬਕ ਉਹ ਉੱਠੀ ਸੀ। ਫਿਰ ਰਾਮ ਸਿੰਘ ਕੂਕਾ ਲਹਿਰ ਚੱਲੀ। ਇਹਨਾਂ ਨੂੰ ਤੋਪਾਂ ਦੇ ਗੋਲਿਆਂ ਅੱਗੇ ਖੜੇ ਕਰਕੇ ਅੜਾਇਆ ਗਿਆ ਤੇ ਫਾਂਸੀਆਂ ਦੇ ਫੰਦੇ ਤੇ ਇਹ ਝੂਲਦੇ ਗਏ। ਕੂਕਾ ਲਹਿਰ ਤੋਂ ਬਾਅਦ ਜੇ ਕੋਈ ਲਹਿਰ ਉੱਠੀ ਉਸ ਗੁਰਦੁਆਰਾ ਸਿੰਘ ਸਭਾ ਲਹਿਰ, ਕਦੀ ਪੜ੍ਹਿਓ ਤੁਸੀਂ। ਸਿੱਖਾਂ ਨੇ ਇਹ ਲਹਿਰ ਉਠਾਈ ਸੀ ਤਾਂ ਜੋ ਸਿੱਖੀ ਦਾ ਪ੍ਰਚਾਰ ਵੱਧ ਸਕੇ ਤੇ ਕਈ ਗ੍ਰੰਥ ਲਿਖੇ ਸੀ ਸਿੰਘ ਸਭਾ ਲਹਿਰ ਦੇ ਵਿੱਚ। ਫਿਰ ਇੰਨੇ ਨੂੰ ਹੀ ਸਾਰਾਗੜੀ ਦਾ ਯੁੱਧ ਸ਼ੁਰੂ ਹੋ ਗਿਆ। ਸਟੈਪ ਬਾਈ ਸਟੈਪ ਮੈਂ ਗੱਲ ਕਰਦਾ। ਇੰਨੇ ਨੂੰ ਸਾਰਾਗੜੀ ਦਾ ਯੁੱਧ ਸ਼ੁਰੂ ਹੋ ਗਿਆ ਤੇ 21 ਸਿੱਖ ਜਵਾਨ 10,000 ਅਫਗਾਨੀਆਂ ਦੇ ਗੋਡੇ ਨੇ ਟੇਤੇ ਸੀ। 21 ਜਾਣਿਆਂ ਨੇ 10,000 ਅਫਗਾਨੀ ਇੱਕ ਪਾਸੇ ਤੇ 21 ਸਿੱਖ ਇੱਕ ਪਾਸੇ। ਸਾਰਾਗੜੀ ਦਾ ਯੁੱਧ ਪੜ੍ਹ ਲਿਓ, ਚਾਹੇ ਫਿਲਮਾਂ ਵੀ ਬਣ ਚੁੱਕੀਆਂ ਉਹਦੇ ਤੇ। ਫਿਰ ਉਦੋਂ ਬਾਅਦ ਇੱਕ ਲਹਿਰ ਉੱਠੀ ਸੀ ਚੀਫ ਖਾਲਸਾ ਦੀਵਾਨ। ਇਹਦਾ ਕੰਮ ਹੁੰਦਾ ਸੀ ਕਾਲਜ ਸਕੂਲ ਖੋਲਣੇ
ਤੇ ਜੋ ਈਸਾਈਆਂ ਦਾ ਵੱਧਦਾ ਪ੍ਰਭਾਵ ਆ ਉਹਨੂੰ ਖਤਮ ਕਰਨਾ ਤੇ ਸਿੱਖੀ ਦਾ ਪ੍ਰਚਾਰ ਕਰਨਾ। ਫਿਰ ਇਦੋਂ ਥੋੜੇ ਸਮੇਂ ਬਾਅਦ ਅਮਰੀਕਾ ਵਿੱਚ ਗਦਰੀ ਬਾਬਿਆਂ ਦੀ ਲਹਿਰ ਉੱਠੀ। ਸੋਹਣ ਸਿੰਘ ਭਗਨਾ ਜੀ ਦਾ ਤੁਸੀਂ ਇਤਿਹਾਸ ਸੁਣਦੇ ਆ। ਜਦੋਂ ਕਿਤੇ ਆਜ਼ਾਦੀ ਹੋਈ ਸੀ ਨਾ, ਕਹਿੰਦੇ ਇੱਕ ਯੂਨੀਵਰਸਿਟੀ ਵਿੱਚ ਬੱਚਿਆਂ ਨੇ ਪੁੱਛਿਆ ਸੀ ਕਿ ਬਾਬਾ ਜੀ ਤੁਹਾਨੂੰ ਆਜ਼ਾਦੀ ਮਿਲ ਗਈ ਜਿਹੜੀ ਚਾਹੁੰਦੇ ਸੀ? ਸੋਹਣ ਸਿੰਘ ਭਗਨਾ ਜੀ ਦਾ ਜਵਾਬ ਪਤਾ ਕੀ ਸੀ? ਉਹਨਾਂ ਨੂੰ ਕੁੱਬ ਪਿਆ ਹੋਇਆ ਸੀ, ਕੁੱਬ ਉਹਨਾਂ ਸਮੇਂ ਵਿੱਚ। ਕਹਿੰਦੇ ਇਹ ਬ੍ਰਿਟਿਸ਼ ਕੌਮ ਦੀਆਂ ਜੇਲ੍ਹਾਂ ਵਿੱਚ ਕੁੱਬ ਨਹੀਂ ਨਿਕਲਿਆ, ਇਹ ਯਾਦ ਭਾਰਤ ਦੀਆਂ ਜੇਲ੍ਹਾਂ ਨੇ ਮੈਨੂੰ ਕੁੱਬਾ ਕੀਤਾ ਆ। ਇਹ ਸੀ ਸੋਹਣ ਸਿੰਘ ਭਗਨਾ ਦੇ ਬਿਆਨ। ਤੇ ਤੁਸੀਂ ਕਰਤਾਰ ਸਿੰਘ ਸਰਾਭਾ ਨੂੰ ਪੜੋਗੇ, ਇਹ ਗਦਰੀ ਲਹਿਰ ਦੇ ਮੁੱਖ ਜਿਹੜੇ ਸੀਗੇ ਯੋਧੇ ਸੀ। 16 ਸਾਲ ਦੀ ਉਮਰ ਵਿੱਚ ਅਮਰੀਕਾ 'ਚ ਪੜਨ ਗਿਆ, ਬਾਰਕਲੇ ਯੂਨੀਵਰਸਿਟੀ ਵਿੱਚ ਕਰਤਾਰ ਸਿੰਘ ਸਰਾਭਾ। 16 ਸਾਲ ਦੀ ਉਮਰ ਤੇ 17 ਸਾਲ ਦੇ ਵਿੱਚ ਜਹਾਜ਼ ਚਲਾਉਣਾ ਸਿੱਖ ਲਿਆ ਸੀ ਕਰਤਾਰ ਸਿੰਘ ਸਰਾਭਾ ਜੀ ਨੇ। ਕਿ ਭਾਰਤ ਤੇ ਜਾ ਕੇ ਗੋਰੀਆਂ ਦੇ ਉੱਤੇ ਹਵਾਈ ਹਮਲੇ ਵੀ ਕਰਨੇ ਪੈਣਗੇ। ਸਾਡੇ ਨੌਜਵਾਨ ਭਾਰਤ ਚੋਂ ਨਹੀਂ ਇਕੱਠੇ ਹੁੰਦੇ, ਉਹ ਅਮਰੀਕਾ ਛੱਡ ਕੇ ਇੱਥੇ ਮੋਰਚੇ ਲੜਨ ਆ ਗਏ ਸੀ। ਤੇ ਉਹਨਾਂ ਦਾ ਸਮਝਾਉਣ ਦਾ ਤਰੀਕਾ ਕਿੰਨਾ ਸੀ, ਇੱਕ ਮੈਂ ਉਦਾਹਰਨ ਦਵਾਂ। ਕਹਿੰਦੇ ਇੱਕ ਟ੍ਰੇਨ ਦੇ ਵਿੱਚ ਗੋਰਾ ਭਾਰਤੀ ਜੋ ਅਫਸਰ ਸੀ ਲਾਹੌਰ ਦੀ ਅਸਲਾਖਾਨੇ ਦਾ, ਉਹ ਬੈਠਾ ਤੇ ਜਲੰਧਰ ਤੱਕ ਦੋਨਾਂ ਨੇ ਸਫ਼ਰ ਕੀਤਾ। ਤੇ ਜਲੰਧਰ ਉਤਰਦੇ ਹੀ ਕਰਤਾਰ ਸਿੰਘ ਸਰਾਭਾ ਜੀ ਨੂੰ ਪਤਾ ਕੀ ਕਹਿੰਦਾ, ਪੁੱਤਰਾ ਜਦੋਂ ਮਰਜੀ ਆ ਜਾਈਂ, ਅਸਲਾਖਾਨੇ ਦੀਆਂ ਚਾਬੀਆਂ ਲੈ ਲਈ ਮੇਰੇ ਕੋਲੋਂ ਆਣ ਕੇ। ਇਹ ਸੀ ਕਰਤਾਰ ਸਿੰਘ ਸਰਾਭਾ ਵਰਗੇ ਜੀਵਨ। ਅਸੀਂ ਅੱਜ ਪੀੜ੍ਹੀਆਂ ਅਸੀਂ ਉਹਨਾਂ ਨੂੰ ਯਾਦ ਨਹੀਂ ਰੱਖਦੀਆਂ। ਉਦੋਂ ਬਾਅਦ ਫਿਰ ਜਲਿਆਂਵਾਲੇ ਬਾਗ ਦਾ ਸਾਕਾ ਆਇਆ ਸਾਡੇ ਤੇ, ਆਪਣੇ ਪਿੰਡੇ ਤੇ ਬੜੇ ਜ਼ੁਲਮ ਸਹਿਆ ਪੰਜਾਬ ਨੇ, ਜਿਹਨੂੰ ਅੱਜ ਕਹਿਣ ਦੇ ਅੱਤਵਾਦੀ ਬੈਠੇ ਆ। ਜਲਿਆਂਵਾਲੇ ਬਾਗ ਤੋਂ ਬਾਅਦ ਇੱਕ ਲਹਿਰ ਉੱਠੀ ਸੀ ਸਿੱਖ ਲੀਗ। ਨੋਟ ਕਰਿਓ, ਸਿੱਖ ਲੀਗ। ਇਹ ਸਭ ਤੋਂ ਪਹਿਲੀ ਸਿਆਸਤ ਵਿੱਚ, ਸਿੱਖਾਂ ਨੇ ਸਭ ਤੋਂ ਪਹਿਲੀ ਸਿਆਸਤ ਵਿੱਚ ਜਦੋਂ ਪੈਰ ਰੱਖਿਆ ਸੀ, ਉਹ ਸੀ ਸਿੱਖ ਲੀਗ। ਸਿੱਖ ਲੀਗ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਵੀ ਚੱਲੀ ਪੰਜਾਬ ਤੇ। ਫਿਰ ਆਈ ਸ਼੍ਰੋਮਣੀ ਅਕਾਲੀ ਦਲ ਬਣਿਆ। ਪੰਜਾ ਸਾਹਿਬ ਪਹਿਲੀ ਮੀਟਿੰਗ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੀ। ਬਣਿਆ ਕਿਉਂ ਸੀ? ਗੁਰਦੁਆਰਿਆਂ ਵਿੱਚੋਂ ਮਸੰਦ ਨਠਾਉਣੇ ਆ ਤੇ ਪੰਥ ਨੂੰ ਇੱਕ ਸਟੇਜ ਤੇ ਲਿਆਉਣਾ। ਹੁਣ ਤੁਸੀਂ ਦੇਖਦੇ ਆ ਕੰਮ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਇਹ ਕਰਦੀ ਆ, ਕਿਤੇ ਪਿਛੋਕੜ ਜਾਇਓ। ਇਹਨਾਂ ਦਾ ਕੰਮ ਹੀ ਇਹ ਸੀ ਗੁਰਦੁਆਰੇ ਚੋਂ ਮਸੰਦ ਕੱਢਣੇ ਆ, ਪਰ ਅੱਜ ਆਪਾਂ ਮਸੰਦ ਬਣ ਕੇ ਬਹਿ ਚੁੱਕੇ ਆ ਗੁਰਦੁਆਰਿਆਂ ਤੇ। ਫਿਰ ਲਹਿਰ ਚੱਲੀ। ਫਿਰ ਤੁਹਾਨੂੰ ਪਤਾ ਨਨਕਾਣਾ ਸਾਹਿਬ ਦਾ ਵਿੱਚੇ ਸਾਕਾ ਆ ਗਿਆ। ਨਨਕਾਣਾ ਸਾਹਿਬ ਦੇ ਸਾਕੇ ਤੋਂ ਕੁਝ ਸਮੇਂ ਬਾਅਦ ਹੀ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਪੰਜਾਬ ਦੀ ਧਰਤੀ ਤੇ, ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ। ਇਦੋਂ ਥੋੜੇ ਸਮੇਂ ਬਾਅਦ ਹੀ ਇੱਕ ਲਹਿਰ ਪੰਜਾਬ 'ਚ ਚੱਲੀ ਆ, ਜਿਹਨੂੰ ਆਪਾਂ ਬੱਬਰ ਅਕਾਲੀ ਲਹਿਰ ਕਹਿੰਦੇ ਆ। ਕ੍ਰਿਸ਼ਨ ਸਿੰਘ ਗੜਗੱਜ ਤੇ ਭਾਈ ਧੰਨਾ ਸਿੰਘ ਬਹਿਬਲਪੁਰੀਆਂ ਦਾ ਜੀਵਨ ਪੜ੍ਹਿਓ ਕਿਤੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਵਾਂ। ਇਹਨਾਂ ਨੇ ਕਹਿ ਦਿੱਤਾ ਸੀ ਬਹਿਬਲਪੁਰੀਆਂ ਜੀ ਨੇ ਕਿ ਮੈਂ ਜੀਂਦੇ ਜੀ ਗੋਰੀ ਚਮੜੀ ਦੇ ਹੱਥ ਨਹੀਂ ਆਉਂਗਾ। ਇੱਕ ਦਿਨ ਮਿਸਟਰ ਹੌਟਨ ਨੇ ਆਪਣੇ ਸਿਪਾਹੀ ਲੈ ਕੇ ਇਹਨਾਂ ਨੂੰ ਸੁੱਤੇ ਪਿਆ ਘੇਰ ਲਿਆ ਤੇ ਉਹਨੂੰ ਕਿਹਾ, ਲੈ ਤੈਨੂੰ ਅੱਜ ਜੀਂਦੇ ਜੀ ਫੜ ਲਿਆ। ਧੰਨਾ ਸਿੰਘ ਬਹਿਬਲਪੁਰੀ ਜੀ ਨੇ ਮਿਸਟਰ ਹੌਟਨ ਦੀ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ। ਉਹ ਕਹਿੰਦੇ ਘੂਰਨਾ ਬੰਦ ਕਰ। ਕਹਿੰਦਾ ਨਹੀਂ ਕਰੂੰਗਾ। ਕਹਿੰਦੇ ਇਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ। ਇੱਕ ਸਿਪਾਹੀ ਪੱਟੀ ਲੈ ਕੇ ਚੱਲਿਆ ਤੇ ਭਾਈ ਧੰਨਾ ਸਿੰਘ ਨੇ ਕਿਹਾ, ਇੰਨੀ ਹਿੰਮਤ ਆ ਤੇ ਆਪ ਆਣ ਕੇ ਪੱਟੀ ਬੰਨ੍ਹ ਲਾ। ਜਦੋਂ ਪੱਟੀ ਬੰਨਣ ਲੱਗਿਆ ਨਾ, ਭਾਈ ਧੰਨਾ ਸਿੰਘ ਦੇ ਬੱਖੀ ਦੇ ਨਾਲ ਕਹਿੰਦੇ ਬੰਬ ਵੱਜਾ ਸੀ। ਇਤਿਹਾਸ ਕਹਿੰਦਾ ਭਾਈ ਧੰਨਾ ਸਿੰਘ ਬਹਿਬਲਪੁਰੀ ਨੇ ਇੰਨੀ ਜ਼ੋਰ ਦੀ ਉਸ ਹਥਿਆਰ ਤੇ ਸੱਟ ਮਾਰੀ, 9 ਸਿਪਾਹੀ ਤੇ 2 ਅਫਸਰ ਉੱਥੇ ਹੀ ਢੇਰ ਕਰ ਦਿੱਤੇ ਭਾਈ ਧੰਨਾ ਸਿੰਘ ਬਹਿਬਲਪੁਰੀਆਂ ਜੀ ਨੇ। ਤੇ ਜੀਂਦਿਆਂ ਜੀ ਹੱਥ ਨਹੀਂ ਆਇਆ ਗੋਰਿਆਂ ਦੇ। ਤੇ ਉਦੋਂ ਬਾਅਦ ਚਾਬੀਆਂ ਦਾ ਮੋਰਚਾ ਲੱਗਿਆ। ਸੁਣਿਓ, ਧਿਆਨ ਦਿਓ, ਚਾਬੀਆਂ ਦਾ ਮੋਰਚਾ। ਗੋਰੀ ਚਮੜੀ ਨੇ ਚਾਬੀਆਂ ਹਥਿਆ ਲਈਆਂ ਦਰਬਾਰ ਸਾਹਿਬ ਦੀਆਂ, ਕਹਿੰਦੇ ਨਹੀਂ ਦਵਾਂਗੇ। ਪਰ ਸਿੱਖਾਂ ਨੇ ਇਦਾਂ ਦਾ ਮੋਰਚਾ ਲਾਇਆ ਤੇ ਉਹਨਾਂ ਦੇ ਅਫਸਰਾਂ ਨੂੰ ਆਣ ਕੇ ਚਾਬੀਆਂ ਦੇਣੀਆਂ ਪਈਆਂ ਤੇ ਮਿਹਨਤ ਕਰਨਾ ਪਿਆ, ਤੁਸੀਂ ਮੋਰਚਾ ਚੱਕ ਲਓ, ਆ ਲਓ ਚਾਬੀਆਂ ਦਰਬਾਰ ਸਾਹਿਬ ਦੀਆਂ। ਚਾਬੀਆਂ ਦੇਣ ਆ ਗਏ ਤੇ ਉਦੋਂ ਹੀ ਮਹਾਤਮਾ ਗਾਂਧੀ ਵਰਗਿਆਂ ਦੇ ਬਿਆਨ ਆਏ ਸੀ ਕਿ ਇਹ ਤੁਸੀਂ ਧੰਤਾ ਦੇ ਯੋਗ ਹੋ। ਇਹ ਛੋਟੇ ਛੋਟੇ ਜਿਹੜੇ ਐਜੀਟੇਸ਼ਨ ਜਿੱਤਦੇ ਆ, ਇੱਕ ਦਿਨ ਤੁਸੀਂ ਹੀ ਹਿੰਦੁਸਤਾਨ ਨੂੰ ਜਿਤਾਉਣਾ ਜਾਂ ਭਾਰਤ ਨੂੰ ਜਿਤਾਉਣਾ। ਹੁਣ ਭਾਵੇਂ ਅੱਤਵਾਦੀ ਕਹਿਣ, ਉਦੋਂ ਦੇ ਬਿਆਨ ਪੜਿਓ। ਫਿਰ ਗੁਰੂ ਕਾ ਬਾਗ ਮੋਰਚਾ ਲੱਗਿਆ। ਪੰਜਾ ਸਾਹਿਬ ਦਾ ਸਾਕਾ ਉਹਦੇ ਨਾਲ ਸੰਬੰਧ ਆ। ਮੈਂ ਸਟੈਪ ਬਾਈ ਸਟੈਪ ਚੱਲਦਾ। ਪੰਜਾ ਸਾਹਿਬ ਦਾ ਸਾਕਾ ਉਹਦੇ ਨਾਲ ਸੰਬੰਧ ਆ, ਗੁਰੂ ਕੇ ਬਾਗ ਦੇ ਮੋਰਚੇ ਨਾਲ। ਤੇ ਜੋ ਟ੍ਰੇਨਾਂ ਥੱਲੇ ਸਿੱਖ ਸ਼ਹੀਦ ਹੋਏ ਸੀ, ਪੜਿਓ ਕਦੀ ਤੁਸੀਂ ਆਪਣਾ ਇਤਿਹਾਸ। ਤੇ ਉਦੋਂ ਬਾਅਦ ਹੀ ਜੈਤੋ ਦਾ ਮੋਰਚਾ ਲੱਗਿਆ। ਨੋਟ ਕਰ ਲਿਓ, ਸਭ ਤੋਂ ਵੱਡਾ ਜਿਹੜਾ ਐਜੀਟੇਸ਼ਨ ਸੀ ਉਹ ਜੈਤੋ ਦਾ ਮੋਰਚਾ ਸੀ। ਤਕਰੀਬਨ 2 ਸਾਲ ਚੱਲਦਾ ਰਿਹਾ।
2 ਸਾਲ ਅਸੀਂ ਜਿੱਤ ਕੇ ਘਰਾਂ ਨੂੰ ਮੁੜੇ ਸੀ। ਇੱਥੇ ਤਾਂ 3 ਮਹੀਨੇ ਹੋਇਆ ਸਾਡੇ ਨੌਜਵਾਨ ਕਰੀ ਜਾਂਦੇ ਕੁਛ ਕਰਦੇ ਨਹੀਂ। ਉੱਥੇ ਸ਼ਹੀਦੀਆਂ ਹੁੰਦੀਆਂ ਸੀ ਸਾਡੀਆਂ, ਤਾਂ ਵੀ 2 ਸਾਲ ਅਸੀਂ ਮੋਰਚਾ ਚਲਾਇਆ। ਇੱਥੇ ਤਾਂ ਸਿਰਫ ਤੇ ਸਿਰਫ 3 ਮਹੀਨੇ ਹੋਇਆ ਮੋਰਚੇ ਨੂੰ ਚੱਲਦੇ ਨੂੰ। ਤੇ ਨਾਲੇ ਇੱਥੇ ਪੀਜੀਆਂ ਦੇ ਲੰਗਰ ਖਾਣੇ, ਉਹ ਗੋਲੀਆਂ ਖਾਂਦੇ ਸੀ ਸਾਡੇ ਸਿੱਖ। ਇਹ ਸੀ ਸਾਡਾ ਇਤਿਹਾਸ। ਕਦੀ ਇਤਿਹਾਸ ਨੂੰ ਜਾਣਿਓ, ਪਹਿਚਾਣਿਓ। ਫਿਰ ਉਦੋਂ ਬਾਅਦ ਦੇ ਵਿੱਚ ਤੁਸੀਂ ਭਗਤ ਸਿੰਘ ਦਾ ਜੀਵਨ ਪੜੋਗੇ, ਸ਼ਹੀਦ ਊਧਮ ਸਿੰਘ ਦਾ ਜੀਵਨ ਪੜੋਗੇ। ਫਿਰ ਉਦੋਂ ਬਾਅਦ 47 ਅਸੀਂ ਆਪਣੇ ਪਿੰਡੇ ਤੇ ਹੰਡਾਈ। ਭਾਰਤ ਦੀ ਵੰਡ ਨਹੀਂ ਸੀ, ਉਹ ਸਿਰਫ ਤੇ ਸਿਰਫ ਪੰਜਾਬ ਦੀ ਵੰਡ ਸੀ, ਕਿਉਂਕਿ ਲੱਖਾਂ ਬੰਦੇ ਪੰਜਾਬ ਦੇ ਹੀ ਸ਼ਹੀਦ ਹੋਏ ਸੀ। ਉਹਦੇ ਵਿੱਚ ਸਭ ਤੋਂ ਵੱਡਾ 47 ਵਿੱਚ ਜੇ ਸੰਤਾਪ ਭੋਗਿਆ ਉਹ ਪੰਜਾਬ ਨੇ ਭੋਗਿਆ। ਤੇ ਹੁਣ ਇੱਕ ਨਵੀਂ ਹਕੂਮਤ ਦੇ ਨਾਲ ਫੇਰ ਲੜਨਾ ਸ਼ੁਰੂ ਕਰਨਾ ਸੀ। ਹੁਣ ਪਹਿਲਾਂ ਗੋਰਿਆਂ ਨਾਲ, ਪਹਿਲਾਂ ਅਸੀਂ ਮੁਗਲਾਂ ਨਾਲ, ਫਿਰ ਗੋਰਿਆਂ ਨਾਲ। ਹੁਣ ਆਪਣੀ ਸਰਕਾਰ ਦੇ ਐਂਟੀ ਅਸੀਂ ਕਿੰਨੇ ਮੋਰਚੇ ਖੋਲੇ, ਉਹ ਵੀ ਧਿਆਨ ਦਿਓ। ਪਹਿਲਾ ਮੋਰਚਾ ਪੰਜਾਬੀ ਸੂਬਾ ਮੋਰਚਾ। ਪੰਜਾਬੀ ਸੂਬਾ ਮੋਰਚੇ ਐਵੇਂ ਨਹੀਂ ਮਿਲਿਆ ਸਾਨੂੰ ਪੰਜਾਬ। 35 ਹਜ਼ਾਰ ਬੰਦੇ ਜੇਲ੍ਹਾਂ 'ਚ ਧੱਕਿਆ ਪੰਜਾਬ ਨੇ, ਤਾਂ ਜਾ ਕੇ ਪੰਜਾਬੀ ਸੂਬਾ ਮਿਲਿਆ ਸੀ ਸਾਨੂੰ। ਫਿਰ ਉਦੋਂ ਬਾਅਦ ਚ ਚੰਡੀਗੜ੍ਹ ਲੈ ਲਈ ਭਾਈ ਦਰਸ਼ਨ ਸਿੰਘ ਫੇਰੂਮਾਨ ਜੀ ਨੇ। 74 ਦਿਨ ਮਰਨ ਵਰਤ ਰੱਖਿਆ ਤੇ ਸ਼ਹੀਦੀ ਪਾ ਗਏ, ਪਰ ਚੰਡੀਗੜ੍ਹ ਅਜੇ ਵੀ ਨਹੀਂ ਮਿਲਿਆ ਪੰਜਾਬ ਨੂੰ। ਸ਼ਹੀਦੀਆਂ ਪਾ ਲਈਆਂ ਚੰਡੀਗੜ੍ਹ ਲੈਣ ਦੇ ਲਈ। ਫਿਰ ਤੁਸੀਂ ਗਾਂ ਪੜੋਗੇ ਬੱਬਰ ਅਕਾਲੀ ਲਹਿਰ, ਫਿਰ ਦਲ ਖਾਲਸਾ, ਜਾਂ ਤੁਸੀਂ ਸਿੱਖ ਸਟੂਡੈਂਟ ਫੈਡਰੇਸ਼ਨ। ਫਿਰ ਤੁਸੀਂ 1965, 1971 ਤੇ 1999 ਦੀਆਂ ਭਾਰਤ ਪਾਕਿਸਤਾਨ ਦੀਆਂ ਜੰਗਾਂ ਦੇਖ ਲਿਓ। ਸਿੱਖਾਂ ਨੇ ਆਪਣੇ, ਸਿੱਖ ਬਟਾਲੀਅਨ ਨੇ ਆਪਣੇ ਹਿਰਦੇ ਨਾਲ ਬੰਬ ਬੰਨ ਕੇ ਉਹਨਾਂ ਦੇ ਟੈਂਕਰ ਆਏ ਆ। ਇਹ ਗਵਾਹ ਆ ਇਤਿਹਾਸ। ਫਿਰ 1962 ਤੇ 1967 ਦੀ ਭਾਰਤ ਚਾਈਨਾ ਯੁੱਧ ਹੋਇਆ ਤੇ ਸਿੱਖ ਬਟਾਲੀਅਨ ਨੇ ਵਿੱਚ ਕੀ ਕੀਤਾ, ਰੋਲੇ ਪੜ੍ਹ ਕੇ ਪਤਾ ਲੱਗੂਗਾ। ਫਿਰ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ 1984 ਪਿੰਡੇ ਤੇ ਹੰਡਾਈ। ਫਿਰ ਉਦੋਂ ਗਾਂ ਦਾ ਤੁਸੀਂ ਕਦੇ ਪੜੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦੌਰ ਚੱਲਿਆ, ਬਰਗਾੜੀ ਮੋਰਚਾ ਲੱਗਿਆ ਸਾਡੇ ਤੇ। ਫਿਰ ਅੱਜ ਅਸੀਂ ਉਹੀ ਕੌਮ 1 ਅਕਤੂਬਰ 2020 ਤੋਂ ਆਪਣੇ ਹੱਕ ਸੱਚ ਲਈ ਸੜਕਾਂ ਤੇ ਫਿਰ ਬੈਠੀ ਅੱਜ। ਤੇ ਅਸੀਂ ਆਪਣੇ ਹੱਕ ਲੈ ਕੇ, ਅਸੀਂ ਗੋਰਿਆਂ ਨਾਲ ਲੜੇ, ਅਸੀਂ ਮੁਗਲਾਂ ਨਾਲ ਲੜੇ, ਭਾਰਤੀ ਹਕੂਮਤ ਨਾਲ ਲੜੇ। ਅਸੀਂ ਲੜਦੇ ਸੀ, ਲੜਦੇ ਹਾਂ ਤੇ ਲੜਦੇ ਰਵਾਂਗੇ। ਅਸੀਂ ਭਾਰਤ ਨੂੰ ਉਹਦੇ ਹੱਕ ਲੈ ਕੇ ਦਿੱਤੇ, ਅਸੀਂ ਉਹਨਾਂ ਲਈ ਅਸੀਂ ਆਪਣੀਆਂ ਹਿੱਕਾਂ ਡਾਈਆਂ ਜ਼ਰੂਰ ਆ, ਪਰ ਆਪ ਕਦੀ ਸਿੱਖ ਕੌਮ ਨੇ ਸੁੱਖ ਦਾ ਸਾਹ ਨਹੀਂ ਲਿਆ ਇਸ ਦੇਸ਼ ਦੇ ਵਿੱਚ। ਪਰ ਭਾਰਤੀ ਲੋਕਾਂ ਦੇ ਜਿਹਨੇ ਜ਼ੁਲਮ ਕੀਤਾ ਉਹਦੇ ਖਿਲਾਫ, ਉਹਦੇ ਲਈ ਲੜਨ ਲਈ ਅਸੀਂ ਆਪਣੀਆਂ ਹਿੱਕਾਂ ਡਾ ਦਿੱਤੀਆਂ। ਭਾਵੇਂ ਕੋਈ ਅੱਜ ਸਾਨੂੰ ਅੱਤਵਾਦੀ ਕਵੇ, ਵੱਖਵਾਦੀ ਕਵੇ, ਪਰ ਸਾਡਾ ਇਤਿਹਾਸ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਹੋਇਆ ਆ। ਮੈਂ 32 ਜਥੇਬੰਦੀਆਂ ਨੂੰ ਇਹੀ ਬੇਨਤੀ ਕਰੂੰਗਾ, ਜੇ ਕਿਤੇ ਤੁਸੀਂ ਥੜਥੜਾ ਗਏ ਤੇ ਆਪਣਾ ਕਦੀ ਇਤਿਹਾਸ ਫੋਲ ਕੇ ਪੜ੍ਹ ਲਿਓ। ਤੇ ਜੇ ਡਿਸੀਜਨ ਵਧੀਆ ਨਹੀਂ ਲੈ ਹੁੰਦੇ ਤੇ ਉਹਨਾਂ ਚਾਬੀਆਂ ਦੇ ਮੋਰਚਿਆਂ ਵਾਲਿਆਂ ਤੋਂ ਕੁਝ ਸਿੱਖਿਆ ਲੈ ਲਿਓ। ਉਹਨਾਂ ਨੇ ਕਿੱਦਾਂ ਚਾਬੀਆਂ ਕਢਾਈਆਂ ਸੀ ਤੇ ਆਪ ਉਹ ਹਕੂਮਤ ਦੇਣ ਆਈ ਸੀ। ਇੰਨੀਆਂ ਗੱਲਾਂ ਕਹਿੰਦਾ ਮੈਂ ਛਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।